कवरेज हुई है, कॉरीडोर की कवरेज सी सारी वो बिल्कुल नहीं हुई। नैशनल प्रैस में तो आई नहीं। इत्थों तक है साडा जिहड़ा इत्थे इंग्लिश ट्रिब्यून है उन्हें भी जिहड़ा अयोध्या का जिहड़ा वर्डिक्ट है उस नूं पहल दित्ती ते इन्हां नूं जिहड़ा कॉरीडोर की कवरेज सी वो पिछे चली कर दी। साजिश है ये जिहड़ा बहुत वड्डा एक हिस्टोरीकल डे सी जिहदे विच ये सिखां दा बहुत वड्डा इस गल का लांघे नाल उन्हां दी एक खास किस्म की रिफ्लैक्शन सी, खास किस्म की उन्हां दे कल्चर की प्रमोशन सी, उन्होंने न्यूट्रलाइज करने लई सारा कुछ किया गया। एक साडा ये वड्डा इतराज़ है। दूसरा साडा असीं सब तो ज़्यादा कहने हैं भी ਇਹ गुरु नानक देव जी की वर्ल्डिक दे विच इस किस्म के सिख धर्म नूं कल्ट के लैवल ते पेश करना ये भी सानू बहुत वड्डा इतराज़ है। तीसरी गल असीं जिहड़ा कल्ट किसी इंडिविजुअल नूं फोकस्ड हुंदा, रब नूं नहीं हुंदा। साडा जिहड़ा धर्म है वो रब नूं संबोधित है, रब नूं डायरैक्टेड है, ना कि किसी इंडिविजुअल विचारधारा नूं डायरैक्टेड है साडा। ये उन्होंने स्पैसीफिकली एक कल्ट जिहड़ा लफज यूज़ किया, मैं समझदा और स्टूडेंट ऑफ सिख हिस्टरी ये डेनिग्रेशन है सिख धर्म की। और क्यों की गई आ, जानबुझ के की गई आ, अनभुल की गई है, ये उही दस सकते हैं जिन्होंने ये फैसला दिता। पर इसने सिखां दी जिहड़ी होंद है धर्म की उस नूं बहुत बुरी तरह हर्ट किया हैगा ਜਿਹੜੇ सिख धर्म ਨੂੰ और उस दा एक स्पिरिचुअल सॉवरेनिटी ਦਾ ਉਹਦਾ स्टेटस है। सिखिज्म स्पिरिचुअली सॉवरन स्टेटस है उसका और सारी दुनिया मानती है। तो ये इस किस्म ਦੀਆਂ ਗੱਲਾਂ मतलब उस ਬੰਦੇ ਦੇ ਆਧਾਰ ਤੇ ਕੌਣ ਆ ਬੰਦਾ ਰਜਿੰਦਰ ਸਿੰਘ ਨੋਬਡੀ ਨੋ ਸਾਹਿਬ ਨੇ ਜਿਵੇਂ ਡਿਟੇਲ ਕਰਤਾ ਇਹਦੇ ਬਾਰੇ। ਦੂਸਰਾ ਸਾਡਾ ਇਤਰਾਜ਼ ਇਹ ਹੈ ਵੀ ਸਿੱਖ ਧਰਮ ਦੇ ਵਿੱਚ ਜਿਹੜਾ ਰਾਮ ਦਾ ਜਿਹੜਾ ਕਨਸੈਪਟ ਹੈ ਉਹ ਡਿਫਰੈਂਟ ਹੈ। ਉਹ ਅਸੀਂ ਕਲੀਅਰ ਕਰਾਂਗੇ ਸਾਰਾ। ਭਾਈ ਸਾਹਿਬ ਰਜਿੰਦਰ ਸਿੰਘ ਜੀ ਕਰਨਗੇ ਸਾਰਾ ਤੁਹਾਨੂੰ ਕਲੀਅਰ। ਇਹ ਬਿਲਕੁਲ ਗਲਤ ਯੂਜ਼ ਕੀਤਾ ਗਿਆ ਉਸ ਦੀ ਸਪੋਰਟ ਲੈਣ ਦੀ ਖਾਤਰ, ਬਿਲਕੁਲ ਸਪੋਰਟ ਨਹੀਂ। ਇਹ 1949 ਦੇ ਵਿੱਚ ਰਾਮ ਲੱਲਾ ਦੀ ਮੂਰਤੀ बड़ी चोरी तरीके नाल उत्थे लाई गई, जिहड़ा इलीगल एक्ट सी। ये कुछ सारा कुछ रिकॉर्ड पे है। ये दो फिर उसने ये भी मन्निया भी 1992 विच इलीगल एक्ट है। ये सारा कुछ मनण तो बाद इत्थों तक भी है भी बंबई के केस दे विच उदों बाद च केस होया, उस दे विच उहने जस्टिफाई किया भी कार सेवक की जो मदद दे विच ਕਰਨ ਵਾਲੀਆਂ ਜਿਹੜੀਆਂ ਸਰਕਾਰਾਂ ਸੀ ਬੀਜੇਪੀ ਦੀਆਂ, ਹਿਮਾਚਲ ਦੀ, ਮੱਧ ਪ੍ਰਦੇਸ਼ ਦੀ, ਰਾਜਸਥਾਨ ਦੀ, ਉਹ ਤਿੰਨਾਂ ਨੂੰ ਡਿਜ਼ਾਲਵ ਕਰ ਦਿੱਤਾ ਗਿਆ ਸੀ, ਤੋੜ ਦਿੱਤਾ ਗਿਆ ਸੀ। ਉਹਨੇ ਕਿਹਾ ਵੀ ਜਸਟੀਫਾਈ ਇਸ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਦੇ ਵਿੱਚ ਇਹ ਕਿਹਾ ਗਿਆ ਵੀ ਇਹ ਜਸਟੀਫਾਈਡ ਸੀ ਉਹਨਾਂ ਦਾ ਤੋੜਨਾ। ਆਰਗੂਮੈਂਟ ਦਿੱਤੀ ਗਈ ਆ ਵੀ ਜਿਹੜੀ ਉਹ ਜਗ੍ਹਾ ਹੈ 2.77 ਏਕੜ ਉਸ ਦੀ ਮਲਕੀਅਤ ਨਹੀਂ ਹੈ ਕਾਗਜ਼ਾਂ ਦੇ ਵਿੱਚ। ਮੈਂ ਹੈਰਾਨ ਹਾਂ ਇੰਨੇ ਲਰਨਡ ਜੱਜਸ ਦੀ ਵਿਜ਼ਡਮ ਦੇ ਉੱਤੇ ਕਿ ਮਿਡੀਵਲ ਪੀਰੀਅਡ ਦੇ ਵਿੱਚ ਜਿਹੜੀ ਲੈਂਡ ਆ ਦੈਟ ਇਜ਼ ਨਾਟ ਐਨ ਇੰਡੀਵਿਜੂਅਲੀ ਓਨਡ ਲੈਂਡ, ਉਹ ਸਟੇਟ ਦੀ ਲੈਂਡ ਆ। ਔਰ ਸਭ ਤੋਂ ਪਹਿਲਾਂ ਸਟੇਟਾਂ ਦੇ ਰਾਈਟਾਂ ਤੋਂ ਬਹਾਦਰ ਨੇ ਰਾਈਟ ਦਿੱਤਾ ਸੀ ਟੇਲਰਸ ਆਫ ਦੀ ਲੈਂਡ ਨੂੰ। ਤੋ ਉਹ ਸਾਰੀ ਦੀ ਸਾਰੀ ਜਿਹੜੀ ਉਹਦਾ ਰਿਕਾਰਡ ਕਿਸ ਤਰ੍ਹਾਂ ਹੋ ਸਕਦਾ? ਨਾ ਉਹ ਹਿੰਦੂਆਂ ਦੀ ਹੋ ਸਕਦੀ ਆ, ਨਾ ਉਹ ਮੁਸਲਮਾਨਾਂ ਦੀ। ਉਹ ਤਾਂ ਸਟੇਟ ਦੀ ਪ੍ਰਾਪਰਟੀ ਆ। ਸਟੇਟ ਦੇ ਬਿਹਾਫ ਦੇ ਉੱਤੇ ਜਿਹੜਾ ਟੇਲਰ ਆਫ ਦੀ ਲੈਂਡ ਆ ਉਹਨੂੰ ਟਿਲ ਕਰਦਾ ਤੇ ਉਸ ਦੇ ਉੱਤੇ ਉਹ ਉਹਨਾਂ ਨੂੰ ਸਰਕਾਰ ਨੂੰ ਉਹ ਆਪਣਾ ਮੁਆਵਜ਼ਾ ਦਿੰਦਾ। ਤੋ ਨਾ ਹਿੰਦੂ ਦੇ ਸਕੇ ਨੇ ਕਿ ਉਹਨਾਂ ਦੀ ਜ਼ਮੀਨ ਸੀ, ਜਿਹੜਾ ਹੁਣ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਿਆ ਵੀ ਹੈ ਵੀ ਉਸ ਵੇਲੇ ਕੋਈ ਸਿਲਸਿਲਾ ਸੀ। ਇਹ ਵੀ ਮੰਨਿਆ ਕਿ ਇਹਦੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਗਿਆ। ਪਹਿਲਾਂ 49 ਦੇ ਵਿੱਚ ਅੰਦਰ ਨਾਜਾਇਜ਼ ਤਰੀਕੇ ਨਾਲ ਮੂਰਤੀਆਂ ਰੱਖੀਆਂ ਗਈਆਂ, ਹੁਣ ਗਲਤ ਤਰੀਕੇ ਨਾਲ ਉਹਨੂੰ ਢਾਇਆ ਗਿਆ ਤੇ ਉਹਨੂੰ ਤੋੜਿਆ ਗਿਆ। ਉਸ ਧਿਰ ਨੂੰ ਜਿਹਦੇ ਬਾਰੇ ਸੁਪਰੀਮ ਕੋਰਟ ਇਹ ਕਹਿ ਰਿਹਾ, ਉਹਨਾਂ ਨੂੰ ਪੁੱਛਿਆ ਜੀ ਤੁਸੀਂ ਕੀ ਕਰ ਰਹੇ ਹੋ ਬਾਬਾ, ਤੂੰ ਕੀ ਕਰ ਰਿਹਾ? ਇਹ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਰਹਿੰਦੇ ਸਨ, ਜਿਸ ਵੇਲੇ ਕਰਤਾਰਪੁਰ ਵਸਾ ਚੁੱਕੇ ਸਨ, ਉੱਥੇ ਆਪਣੇ ਖੇਤੀ ਦਾ ਕੰਮ ਕਰਦੇ ਸਨ। ਵੀ ਬਾਬਾ ਕੀ ਕਰ ਰਹੇ? ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕਰ ਰਿਹਾ ਭਾਈ। ਕਹਿੰਦੇ ਪਰ ਕਰ ਕੀ ਰਿਹਾ? ਕਹਿੰਦਾ ਬਾਬਾ ਖੇਤਾਂ ਨੂੰ ਪਾਣੀ ਦੇ ਰਿਹਾ। ਤੁਹਾਡੇ ਖੇਤ ਕਿੱਥੇ ਨੇ? ਕਹਿੰਦੇ ਜੀ ਮੇਰੇ ਖੇਤ ਜਿਹੜੇ ਕਰਤਾਰਪੁਰ ਨੇ। तो सारे हस पे कि तेरा पानी करतारपुर पहुँच जाएगा, इत्थों सुटिया। वो कहते भी जे तुहाडे पितरां नूं पहुँच जाएगा तो तुहाडे पितर तो किस मील है आ पहुँचा लो। हुण तक उत्थे फसल हरी हो गई होनी है इत्थों पानी सुट्टण नाल। गुरु नानक पातशाह किसी धर्म स्थान से अगर गए ने तो उत्थे जरूरी नहीं कि वो अकीदत पेश करने लिए गए ने,
ਉੱਥੇ ਉਹਨਾਂ ਨੂੰ ਸਮਝਾਉਣ ਲਈ ਗਏ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਜਿਹਦੇ ਸਿੱਧ ਗੋਸ਼ਟ ਨਾਂ ਦੀ, ਸਿੱਧਾਂ ਦੇ ਨਾਲ ਉਹਨਾਂ ਦੀ ਜਿਹੜੀ ਗਿਆਨ ਚਰਚਾ ਹੋਈ, ਸਿੱਧਾਂ ਦੀ ਜੋ ਫਿਲਾਸਫੀ ਸੀ ਉਹਨੂੰ ਟੋਟਲ ਰਿਜੈਕਟ ਕੀਤਾ ਗੁਰੂ ਨਾਨਕ ਸਾਹਿਬ। ਇਹ ਕਹਿ ਦੇਵੇ ਕਿ ਸਿੱਧਾਂ ਕੋਲ ਗਏ ਸਨ, ਸਿੱਧਾਂ ਨੂੰ ਪੂਜਦੇ ਸਨ, ਇਹ ਬੜੀ ਵੱਡੀ ਬੇਵਕੂਫੀ ਹੋਏਗੀ। ਅਗਰ ਜੱਜ ਸਾਹਿਬਾਨ ਨੇ ਸਿੱਖ ਧਰਮ ਬਾਰੇ ਕੁਝ ਕਰਨਾ ਸੀ, ਉਹਨਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਸੀ ਪਹਿਲਾਂ। ਫੈਸਲੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਲਿਖਣੀਆਂ, ਉਹਨਾਂ ਨੇ ਸਿੱਖ ਕੌਮ ਨੂੰ ਹਰਟ ਹੀ ਨਹੀਂ ਕੀਤਾ, ਸਿੱਖ ਕੌਮ ਦੇ ਸਿਧਾਂਤਾਂ ਦੇ ਨਾਲ ਖਿਲਵਾੜ ਕੀਤਾ ਬਹੁਤ ਵੱਡਾ। ਹੁਣ ਜਿਵੇਂ ਰਾਮਚੰਦਰ ਜੀ ਬਾਰੇ ਕਿਹਾ ਜਾ ਰਿਹਾ ਹੈ, ਵਿਦ ਡਿਊ ਰਿਸਪੈਕਟ ਟੂ ਆਲ ਦ ਰਿਲੀਜਨਸ, ਸਾਡਾ ਕਿਸੇ ਧਰਮ ਨਾਲ ਕੋਈ ਵਿਵਾਦ ਨਹੀਂ, ਲੇਕਿਨ ਜੋ ਸਾਡੀ ਫਿਲਾਸਫੀ ਹੈ, ਇੱਕ ਸਮਾਨਾ ਇੱਕ ਸਰੀਰ ਦੇ ਵਿੱਚ ਆਇਆ, ਇੱਕ ਅਨੇਕਾ ਮਿਲ ਗਿਆ, ਇੱਕ ਉਹ ਹੈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਅਸੀਂ ਉਹ ਸਾਰਿਆਂ ਵਿੱਚ ਸਮਾਏ ਹੋਏ ਰਾਮ ਦੀ ਗੱਲ ਕਰਦੇ ਹਾਂ। ਸਾਡਾ ਸੰਬੰਧ ਰਾਮਚੰਦਰ ਜੀ ਨਾਲ ਸਿਰਫ ਇੰਨਾ ਹੈ ਕਿ ਇਸ ਦੇਸ਼ ਦੇ ਕਿਸੇ ਸਟੇਟ ਦੇ ਕਦੀ ਕੋਈ ਉਹ ਕਿ ਰਾਜਾ ਰਹੇ ਸਨ, ਜਾਂ ਕ੍ਰਿਸ਼ਨ ਜੀ ਉਹ ਵੀ ਰਾਜਾ ਰਹੇ ਸਨ। ਗੁਰਬਾਣੀ ਇਸ ਗੱਲ ਨੂੰ ਕਹਿੰਦੀ ਹੈ ਵੀ ਆਪਣੇ ਆਪਣੇ ਸਮੇਂ ਦੇ ਰਾਜੇ ਹੋਏ। ਇਹ ਵੀ ਨਹੀਂ ਚਾਹੁੰਦੇ ਕਿ ਸਾਡੇ ਸਿਧਾਂਤਾਂ ਨੂੰ ਜਿਹੜਾ ਉਹ ਗਲਤ ਕਰਕੇ ਪੇਸ਼ ਕੀਤਾ ਜਾਏ। ਸੁਪਰੀਮ ਕੋਰਟ ਦੇ ਇਹਨਾਂ ਜੱਜਿਸ ਨੂੰ ਆਪਣੀ ਇਸ ਜੱਜਮੈਂਟ ਨੂੰ ਅਮੈਂਡ ਕਰਨਾ ਚਾਹੀਦਾ ਹੈ। ਉਹਦੇ ਵਿੱਚ ਸਿੱਖ ਧਰਮ ਬਾਰੇ ਜੋ ਕੁਝ ਉਹਨਾਂ ਨੇ ਲਿਖਿਆ ਹੈ ਉਹ ਸਿੱਖ ਸਿਧਾਂਤਾਂ ਦੇ ਮੁਤਾਬਕ ਇਹਨੂੰ ਕਰੈਕਟ ਕਰਨਾ ਚਾਹੀਦਾ ਹੈ, ਔਰ ਸਿੱਖ ਕੌਮ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਵੀ ਆਰ ਸੋ ਹਰਟ, ਇਹ ਗੱਲ ਜਿਹੜੀ ਹੈ ਮਾਫੀ ਮੰਗਣੀ ਚਾਹੀਦੀ ਉਹਨਾਂ ਨੂੰ ਸਿੱਖ ਕੌਮ ਕੋਲੋਂ, ਜਿਹੜਾ ਉਹਨਾਂ ਸਿੱਖ ਕੌਮ ਦੇ ਬਾਰੇ ਇਹੋ ਜਿਹੀ ਗਲਤ ਬਿਆਨੀ ਜਿਹੜੀ ਹੈ ਉਹ ਕੀਤੀ ਹੈ। ਸਾਰੀ ਜੱਜਮੈਂਟ ਤੋਂ ਇੰਜ ਲੱਗ ਰਿਹਾ ਹੈ ਕਿ ਜਿਵੇਂ ਜੱਜਮੈਂਟ ਦਾ ਮੂਡ ਪਹਿਲਾਂ ਬਣਾ ਲਿਆ ਸੀ ਤੇ ਉਦੋਂ ਬਾਅਦ ਇਧਰੋਂ ਅੱਖੀਂ ਬੜਾਈ ਹੱਥ ਮਾਰ ਕੇ ਤੇ ਇਹ ਦੇਖੋ, ਮੈਂ ਇਸ ਸਾਰੀ ਜੱਜਮੈਂਟ ਤੋਂ ਬਾਅਦ ਜੱਜਾਂ ਦਾ ਤੇ ਚਲੋ ਸਾਡੇ ਕੋਲ ਬੈਠੇ ਹੋਏ ਆ ਵਕੀਲ ਸਾਹਿਬਾਨ ਜਿਹੜੇ ਆ ਸੀਨੀਅਰ ਐਡਵੋਕੇਟ ਹੈਗੇ ਆ, ਉਹ ਦੱਸ ਦੇਣਗੇ ਜੱਜਮੈਂਟ ਬਾਰੇ। ਪਰ ਜਿਹੜਾ ਸਾਨੂੰ ਇਹ ਸਾਰੀ ਗੱਲ ਤੋਂ ਮੈਂ ਲੋਕਾਂ ਨੂੰ ਬਹੁਤ ਵਧਾਈ ਦਿੰਦਾ ਕਿ ਜਿਸ ਤਰ੍ਹਾਂ ਇਹੋ ਜਿਹੇ ਮਸਲਿਆਂ ਤੇ ਅੱਗ ਦੇਸ਼ ਦੇ ਵਿੱਚ ਲੱਗ ਸਕਦੀ ਸੀ, ਉਹ ਨਹੀਂ ਲੱਗੀ। ਕਾਂਸੀ ਦੇ ਵਿੱਚ ਦੂਸਰੀ ਜਗ੍ਹਾ ਦੇ ਉੱਤੇ ਉਹਨਾਂ ਨੇ ਮਾਰਕ ਕੀਤੇ ਹੋਏ ਆ ਵੀ ਉਹਨਾਂ ਨੂੰ ਵੀ ਅਸੀਂ ਮਸਜਿਦ ਨੂੰ ਢਾਉਣਾ। ਇਹ ਸ਼ੁਰੂਆਤ ਹੈ, ਸ਼ੁਰੂਆਤ ਬਹੁਤ ਦੇਰ ਤੋਂ ਹੈ। ਹੁਣ ਇਹਨਾਂ ਨੇ ਜੁਡੀਸ਼ਰੀ ਰਾਹੀਂ ਇਹਨੂੰ ਲੈਜੀਟੀਮਾਈਜ਼ ਕੀਤਾ ਔਰ ਅੱਗੇ ਤੱਕ ਚੱਲੇਗੀ। ਬਹੁਤ ਲੰਬੀ ਗੱਲ ਚੱਲਣੀ ਹੈ, ਖਤਮ ਨਹੀਂ ਹੋਣ ਵਾਲੀ, ਨਾ ਖਤਮ ਹੋਈ ਹੈ। ਕਾਨੂੰਨੀ ਪੱਖ ਦਾ ਜਿਹੜਾ ਸਾਡਾ ਸਿਧਾਂਤ ਹੈ ਜੀ, ਇਹ ਸਭ ਤੋਂ ਬੇਸਿਕ ਗੱਲ ਇਹ ਹੁੰਦੀ ਹੈ ਕਿ ਜਿਹੜਾ ਆਦਮੀ ਡਿਸਪਿਊਟ ਰੇਜ਼ ਕਰਦਾ, ਝਗੜਾ ਕਰਦਾ, ਉਹ ਸਾਬਤ ਕਰੇ ਕਿ ਇਹਦੀ ਮਾਲਕੀ ਮੇਰੀ ਹੈ। ਇਹਦੇ 'ਚ ਦੋ ਰਾਇਆਂ ਕਿਤੇ ਵੀ ਨਹੀਂ ਹੈਗੀਆਂ, ਕੋਈ ਵੀ ਫੈਕਟਸ ਨਹੀਂ ਆਉਂਦੇ ਵੀ ਇਹਦੇ 'ਚ ਕਾਬਸ ਜਿਹੜੇ ਸੀ ਮੁਸਲਮਾਨ ਭਾਈਚਾਰਾ ਸੀ, ਹਿੰਦੂ ਭਾਈਚਾਰੇ ਸੀ। ਤਿੰਨਾਂ ਜੱਜਾਂ ਦਾ ਫੈਸਲਾ ਸੀ। ਦੋ ਜੱਜ ਸਾਹਿਬਾਨ ਹਿੰਦੂ ਸਾਹਿਬਾਨ ਸਨ, ਉਹਨਾਂ ਦਾ ਹੈੱਡ ਜਿਹੜਾ ਸੀ BM ਸ਼ਾਹ ਸੀ ਮੁਸਲਮ, ਉਹਨੇ ਡਾਈਸੈਂਟਿੰਗ ਜੱਜਮੈਂਟ ਲਿਖਿਆ ਵੀ ਉਹਨੂੰ ਬਰੀ ਕੀਤਾ। ਇਸ ਤਰ੍ਹਾਂ ਦਾ ਕਦੀ ਇਤਿਹਾਸ ਤੇ ਫੈਸਲਾ ਹੀ ਨਹੀਂ ਆਇਆ ਵੀ ਇੱਕ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਫ੍ਰੈਕਚਰਡ ਜੱਜਮੈਂਟ ਕਹਿੰਦੇ ਆ, ਜਿੱਥੇ ਓਪੀਨੀਅਨ ਡਿਫਰ ਕਰ ਗਈ। ਜਿਹੜਾ ਸੀਨੀਅਰ ਮੋਸਟ ਜੱਜ ਹੈ ਉਹ ਤਾਂ ਬਰੀ ਕਰ ਰਿਹਾ, ਦੋ ਬੰਦੇ ਜਿਹੜੇ ਉਹਨੂੰ ਫਾਂਸੀ ਦੀ ਸਜ਼ਾ ਦੇ ਰਹੇ ਨੇ। ਇਸ ਤੋਂ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ? ਇਸ ਦੀ ਜਿਹੜੀ ਗੱਲ ਹੈ, ਆਪਾਂ ਜਿਹੜੀ ਹੈਗੀ ਆ ਇਹ ਕੇਰ ਸਿੰਘ ਦੀ ਗੱਲ ਕਰਦੇ ਹਾਂ। ਕੇਰ ਸਿੰਘ ਦੇ ਸਾਡੇ ਜਿਹੜੇ ਕੌਨਸਟੀਟਿਊਸ਼ਨ ਆ ਉਹਦੀ ਕਮੈਂਟਰੀ ਆ, ਕੋਈ ਬੜੇ ਮੋਸਟ ਕੰਪੀਟੈਂਸ ਐਡਵੋਕੇਟਸ ਜਿਹੜੇ ਨੇ ਉਹਦੀ ਕਮੈਂਟਰੀ ਕਰਦੇ ਰਹਿੰਦੇ ਜਿਵੇਂ ਜਿਵੇਂ ਫੈਸਲਾ ਹੁੰਦੇ। ਇਸ ਫੈਸਲੇ ਦੀ ਇੰਦਰਾ ਗਾਂਧੀ ਦੇ ਮਰਡਰ ਕੇਸ ਦੀ ਕਮੈਂਟਰੀ ਆਈ ਹੈ ਵੀ ਇਹ ਫੈਸਲਾ ਸਭ ਤੋਂ ਨਕੰਮਾ ਸੀ, ਗਲਤ ਸੀ, ਗੈਰ ਕਾਨੂੰਨੀ ਸੀ। ਇਹ ਕਿਤਾਬਾਂ 'ਚ ਲਿਖਿਆ ਗਿਆ। ਹੁਣ ਜੇ ਸੁਪਰੀਮ ਕੋਰਟ ਹੀ ਇਹੋ ਜਿਹੇ ਫੈਸਲੇ ਦੇਣ ਲੱਗ ਪਈ, ਇਸ ਕੰਟਰੀ ਦਾ ਬਣੇਗਾ ਕੀ? ਸੈਕੂਲਰ ਜਿਹੜਾ ਸਟਰਕਚਰ ਸੀ ਸੁਪਰੀਮ ਕੋਰਟ ਦਾ, ਉਹ ਇਸ ਜੱਜਮੈਂਟ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ।